एक शब्द बहुत ही प्यारा जो ख्याल विच आया है। सिख ज़्यादातर शाम दी वक्त पढ़ते हैं पर समझते नहीं ना। जिवें तुसीं ज़्यादातर सुनते हो इवें ही ज़्यादातर पढ़न वाले सिर्फ पढ़ते हैं। शब्द है साकत हर रस साध न जानिया, तिन अंतर हौमै कंडा ही। ज्यों ज्यों चलै चुभै दुख पावै, जमकाल सह सिर डंडा ही। कहते साकत जिहड़ा है ना मनमुख, उन्हें परमात्मा का स्वाद तो जानिया नहीं है, वो तो क्या जानना है। वो दुख पा रहा है। दुख किवें पा रहा है? तिन अंतर हौमै कंडा है। उहदे अंदर हौमे रूपी कंडा है। ते कंडा कहते उन्ना ही ज़्यादा दुख देंदा है। ज्यों ज्यों चलै चुभै दुख पावै, जमकाल सह सिर डंडा है। कहते जिवें जिवें चलदा है बंदा ना, तिवें तिवें कंडा दुख देंदा है। ये बाहरले कंडे नूं ख्याल विच रख के अंदरले कंडे की गल कर रहे हैं। जिवें तुहाडे पैर च कंडा लगा होवे ते जिवें जिवें तुसीं चलदे हो वो हिलदा है ना, तो दुख देंदा है। इवें ही ये कंडा तुहाडी छाती च लगा होया है। तो जिवें जिवें तुसीं संसार च चलदे हो ना, चलन करके हिलदा है तो चुभदा है। जिन्ना कोई संसार च चलदा है उन्ना ही कंडा दुख देंदा है। ज्यों ज्यों चलै चुभै दुख पावे, जमकाल सह सिर डंडा है। कहते जमकाल, काल ही जम है भाव कि समय। फिर समय का डंडा उहदे सिर दे विच वजदा रहिंदा, भाव कि वो समय दे गेड़ दे विच घुमदा रहिंदा है, आवागमन। ते यह कंडा हर एक दे लगा होया है छाती दे विच, चुभ रहा है। इहदे कारण ही लोग दुखी हो रहे हैं। वो सोच रहे हैं बाहरों कोई कंडे चुभाउंदा है, बाहरों कोई दुख देंदा है। ज़्यादातर लोग क्यों सोचते हैं, पर नहीं। जिहड़े जानते हैं वो कहते हैं तुहाडे अंदर कंडा है, हौमे कंडा है, वो चुभदा है। संसार च चले आ। फिर तुसीं ये ख्याल करो थोड़ा जिहा भी ये कंडा चुभदा भी है, अंदर दुख भी दे रहा है, फिर भी कढ़ना क्यों नहीं चाहुंदे हैं? ये लोग कढ़ाउणा क्यों नहीं चाहुंदे हैं? जिहड़े कढ़ण वाले आ भी जांदे हैं वो कहंदे हैं लियाओ तुहाडा कंडा कढ़ दईए ये हौमे दा। ते उन्हां कोल भी कंडा क्यों नहीं कढ़वाउंदे हैं लोग? भाव ये है जिवें सतपुरखां ने कहा है, गौतम बुद्ध ने भी कहा है कि संसार दुख रूप है, तो दुख तो छुटकारे का उपाय मैं तुहानूं दसदा। पहलां जाणो संसार दुख रूप है, फिर आ जाओ। इदा ही सारिया ने कहा, बाबे नानक ने भी कहा, नानक दुखिया सब संसार। संसार ही दुख रूप है।
ਤੇ ਦੁੱਖ ਦੇ ਵਿੱਚੋਂ ਕੱਢਣ। ਤੇ ਜਿਹੜੇ ਕੰਡਾ ਕੱਢਣ ਨੂੰ ਤਿਆਰ ਹਨ, ਉਹਨਾਂ ਕੋਲੋਂ ਵੀ ਕੰਡਾ ਕਿਉਂ ਨਹੀਂ ਕਢਵਾਉਂਦੇ ਹਨ ਲੋਕ। ਤੇ ਜਿਨ੍ਹਾਂ ਨੂੰ ਕੰਡੇ ਦਾ ਪਤਾ ਵੀ ਲੱਗ ਰਿਹਾ ਹੈ ਚੁੱਭਦੇ ਦਾ, ਬਹੁਤਿਆਂ ਨੂੰ ਤੇ ਪਤਾ ਨਹੀਂ ਲੱਗਦਾ ਹੈ। ਖਿਆਲ ਵਿੱਚ ਰੱਖਿਓ, ਜਿਵੇਂ ਤੁਸੀਂ ਅਕਸਰ ਦੇਖਿਆ ਹੋਵੇਗਾ ਵੀ ਜਿਹੜਾ ਦੁੱਖ ਆਦਮੀ ਨੂੰ ਲਗਾਤਾਰ ਹੀ ਲੱਗਿਆ ਰਵੇ, ਉਸ ਦੁੱਖ ਦੇ ਵਿੱਚ ਰਹਿਣ ਦਾ ਆਦੀ ਹੋ ਜਾਂਦਾ ਹੈ ਬੰਦਾ। ਫਿਰ ਉਸ ਦੁੱਖ ਦਾ ਉਹਨੂੰ ਪਤਾ ਨਹੀਂ ਲੱਗਦਾ। ਉਸ ਦੁੱਖ ਤੋਂ ਦੂਸਰੇ ਪਾਸੇ ਜਾਵੇ ਕਿਤੇ ਦੂਰ, ਤਾਂ ਪਤਾ ਲੱਗਦਾ ਹੈ ਵੀ ਉੱਥੇ ਮੈਂ ਦੁਖੀ ਸੀ। ਜਾਂ ਕੋਈ ਸਰੀਰਕ ਰੋਗ ਹੈ, ਸਰੀਰਕ ਦੁੱਖ ਹੈ, ਕਈਆਂ ਨੂੰ ਜਮਾਂਦਰੂ ਹੈ, ਪੈਦਾਇਸ਼ੀ ਹੈ, ਛੋਟੀ ਉਮਰ 'ਚ ਹੀ ਹੋ ਗਿਆ, ਤਾਂ ਧੀਰੇ ਧੀਰੇ ਯੂਜ਼ ਟੂ ਹੋ ਜਾਂਦੇ ਹਨ ਉਸ ਦੁੱਖ ਦੇ। ਤੋ ਸੋਚਦੇ ਹਨ ਇਹੋ ਹੀ ਜ਼ਿੰਦਗੀ ਹੈ, ਦੁੱਖਾਂ ਦੇ ਵਿੱਚ ਰਹਿਣਾ। ਇੱਦਾਂ ਹੀ ਲੋਕ ਹਨ, ਸਮਾਜ ਹੈ, ਸੰਸਾਰ ਹੈ, ਸੰਸਾਰ ਦੇ ਲੋਕ ਹਨ। ਉਹ ਸੋਚਦੇ ਹਨ ਵੀ ਇਹ ਦੁੱਖਾਂ ਦੇ ਵਿੱਚ ਰਹਿਣਾ ਹੀ ਜ਼ਿੰਦਗੀ ਹੈ ਅਤੇ ਲਾਈਫ ਹੈ, ਇਹੋ ਹੀ ਜੀਵਨ। ਇੱਦਾਂ ਕਹਿੰਦੇ ਵੀ ਹਨ, ਧਾਰਮਿਕ ਲੋਕ ਵੀ ਸਮਝਾ ਦਿੰਦੇ ਹਨ ਵੀ ਦੁੱਖ ਸੁੱਖ ਦੋਨੋਂ ਕੱਪੜੇ ਪਹਿਰੇ ਜਾਏ ਮਨੁੱਖ। ਉਹ ਕਹਿੰਦੇ ਹਨ ਗੱਲ ਤਾਂ ਠੀਕ ਹੀ ਹੈ, ਪਰ ਮਨੁੱਖ ਪਹਿਨਦੇ ਹਨ ਦੁੱਖ ਸੁੱਖ ਦੇ ਕੱਪੜੇ ਜਿਹੜੇ ਮਨ ਦੇ ਤਲ 'ਤੇ ਜੀ ਰਹੇ ਹਨ। ਮਨੁੱਖ, ਮਨ ਦੀ ਕੁੱਖ 'ਚੋਂ ਜਿਹੜਾ ਪੈਦਾ ਹੋਇਆ ਹੈ ਮਨੁੱਖ, ਉਹ ਦੁੱਖ ਸੁੱਖ ਦੇ ਕੱਪੜੇ ਪਹਿਨ ਰਿਹਾ। ਅਤੇ ਜਿਹੜਾ ਮਨ ਤੋਂ ਪਾਰ ਚਲੇ ਗਿਆ, ਮਨ ਨੂੰ ਛੱਡਤਾ, ਮਨ ਨੂੰ ਮਾਰਤਾ, ਕੰਡਾ ਕੱਢ ਦਿੱਤਾ, ਉਹ ਫਿਰ ਦੁੱਖ ਸੁੱਖ ਤੋਂ ਥੋੜ੍ਹੀ ਹੈ। ਪਰ ਉਹਨੂੰ ਸਿਆਣਦਾ ਨਹੀਂ ਹੈ ਨਾ ਕੋਈ ਵੀ, ਬਾਹਰੋਂ ਨਹੀਂ ਪਤਾ ਲੱਗਦਾ ਵੀ ਉਹਦੇ ਅੰਦਰ ਦਾ ਕੰਡਾ ਨਿਕਲਿਆ ਹੋਇਆ ਹੈ। ਬਾਹਰੋਂ ਤਾਂ ਆਮ ਸਧਾਰਨ ਮਨੁੱਖ ਦੀ ਤਰ੍ਹਾਂ ਹੀ ਲੱਗਦਾ ਹੈ, ਪਰ ਉਹ ਜਾਣਦਾ ਹੈ ਵੀ ਇਹ ਜਿਹੜਾ ਹਉਮੈ ਦਾ ਕੰਡਾ ਹੈ ਨਾ, ਇਹਦੇ ਦੁਆਰਾ ਲੋਕ ਦੁਖੀ ਹੋ ਰਹੇ ਹਨ, ਪਰ ਦੁੱਖ ਦੇ ਆਦੀ ਹੋ ਚੁੱਕੇ ਹਨ, ਦੁੱਖਾਂ ਦੇ ਵਿੱਚ ਰਹਿਣ ਦੇ। ਇਸ ਕਰਕੇ ਉਹਨਾਂ ਨੂੰ ਦੁੱਖ ਦਾ ਪਤਾ ਨਹੀਂ ਲੱਗਦਾ। ਜਿੰਨਾ ਫਿਰ ਜ਼ਿਆਦਾ ਮੂਰਛਿਤ ਹੁੰਦਾ ਹੈ, ਉਹਨਾਂ ਦੁੱਖ ਦਾ ਘੱਟ ਪਤਾ ਲੱਗਦਾ ਹੈ। ਇਹ ਵੀ ਗੱਲ ਖਿਆਲ ਵਿੱਚ ਰੱਖਣ ਯੋਗ ਹੈ। ਜਿਵੇਂ ਕੋਈ ਨਸ਼ਾ ਕਰ ਲੈਂਦਾ ਹੈ ਤਾਂ ਉਹਨੂੰ ਦੁੱਖ ਦਾ ਨਹੀਂ ਪਤਾ ਲੱਗਦਾ ਹੈ ਨਸ਼ੇ ਦੇ ਵਿੱਚ। ਇਸ ਕਾਰਨ ਲੋਕ ਨਸ਼ਾ ਕਰਦੇ ਹਨ। ਮਾਨਸਿਕ ਦੁੱਖ ਦਾ ਵੀ ਨਹੀਂ ਪਤਾ ਲੱਗਦਾ, ਸਰੀਰਕ ਦੁੱਖ ਦਾ ਵੀ ਨਹੀਂ ਪਤਾ ਲੱਗਦਾ। ਜਾਂ ਧਿਆਨ ਕਿਤੇ ਹੋਰ ਪਾ ਦੇਣ, ਜਿਵੇਂ ਕਿਸੇ ਨੂੰ ਸਿਰ ਪੀੜ ਹੈ ਜਾਂ ਹੋਰ ਕੋਈ ਤਕਲੀਫ ਹੈ, ਅਗਰ ਉਹ ਮਨੋਰੰਜਨ ਦਾ ਕੋਈ ਪ੍ਰੋਗਰਾਮ ਦੇਖ ਰਿਹਾ ਹੈ ਉਹਦੀ ਪਸੰਦ ਦਾ, ਤਾਂ ਉਹਨੂੰ ਖਿਆਲ ਹੀ ਨਾ ਰਹਿ ਜਾਵੇਗਾ ਆਪਣੇ ਦੁੱਖ ਦਾ। ਉਹ ਵੀ ਇੱਕ ਨਸ਼ਾ ਹੈ, ਧਿਆਨ ਬਾਹਰ ਲੱਗ ਗਿਆ। ਅਤੇ ਜਿੰਨਾ ਆਦਮੀ ਬੇਹੋਸ਼ ਹੈ, ਸੰਸਾਰ ਦੇ ਵਿੱਚ ਲੱਗਿਆ ਹੋਇਆ ਧਿਆਨ ਕਿਤੇ ਨਾ ਕਿਤੇ ਸਮੋਹਿਤ ਹੈ, ਉਹਨੂੰ ਦੁੱਖ ਦਾ ਨਹੀਂ ਪਤਾ ਲੱਗਦਾ ਹੈ, ਸਰੀਰਕ ਦੁੱਖ ਦਾ ਨਹੀਂ ਪਤਾ ਲੱਗਦਾ। ਅਤੇ ਜਿਹੜਾ ਅੰਦਰਲਾ ਕੰਡਾ ਹੈ ਉਹਦਾ ਕਿਵੇਂ ਪਤਾ ਲੱਗੇਗਾ। ਜਿੰਨਾ ਬੰਦਾ ਸੰਵੇਦਨਸ਼ੀਲ ਹੁੰਦਾ ਹੈ, ਓਨਾ ਹੀ ਦੁੱਖ ਦਾ ਪਤਾ ਲੱਗਦਾ ਹੈ। ਅਤੇ ਸੰਵੇਦਨਾ ਖੋ ਜਾਂਦੀ ਹੈ ਹੌਲੀ ਹੌਲੀ ਦੁੱਖ ਦੇ ਵਿੱਚ ਰਹਿੰਦਿਆਂ। ਜਿਵੇਂ ਕਈ ਕੰਡਿਆਂ 'ਤੇ ਸੌਂਦੇ ਹਨ, ਉਹ ਅਭਿਆਸ ਕਰਦੇ ਰਹਿੰਦੇ, ਹੌਲੀ ਹੌਲੀ ਉਹਨਾਂ ਦੀ ਚਮੜੀ ਜੜ ਹੋ ਜਾਂਦੀ, ਸੰਵੇਦਨਾ ਖੋ ਜਾਂਦੀ, ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕੰਡੇ ਚੁੱਭਦੇ। ਕਈ ਅੱਗ 'ਤੇ ਤੁਰਦੇ, ਕਈ ਦੇਖੋ ਗਰਮ ਤੇਲ ਦੇ ਵਿੱਚ ਪਕੌੜੇ ਕੱਢਦੇ ਹਨ, ਉਬਲਦੇ ਹੋਏ, ਹੱਥ ਨਹੀਂ ਸੜਦਾ। ਅਭਿਆਸ ਕੀਤਾ ਹੈ ਨਾ, ਹੌਲੀ ਹੌਲੀ ਅਭਿਆਸ ਹੋ ਜਾਂਦਾ। ਅਤੇ ਅਭਿਆਸ ਜਿਹੜਾ ਕਰ ਲੈਂਦਾ ਹੈ ਨਾ, ਉਹ ਧੀਰੇ ਧੀਰੇ ਯੂਜ਼ ਟੂ ਹੋ ਜਾਂਦਾ ਹੈ। ਜਿਵੇਂ ਇੱਕ ਵਿਗਿਆਨਕ ਨੂੰ ਖਿਆਲ ਆਇਆ ਵੀ ਡੱਡੂ ਕਿੰਨੇ ਕੁ ਪਾਣੀ 'ਚ ਗਰਮ 'ਚ ਰਹਿ ਸਕਦਾ ਹੈ, ਤਾਂ ਉਹਨੇ ਇੱਕ ਬੜੇ ਸਾਰੇ ਪਤੀਲੇ ਦੇ ਵਿੱਚ ਪਾਣੀ ਪਾ ਕੇ ਬਹੁਤ ਥੋੜ੍ਹੀ ਅੱਗ 'ਤੇ ਰੱਖ ਦਿੱਤਾ ਵੀ 2-3 ਦਿਨਾਂ 'ਚ ਪੂਰਾ ਗਰਮ ਹੋਵੇ। ਤਾਂ ਉਹ ਆਸਤੇ ਆਸਤੇ ਗਰਮ ਹੁੰਦਾ ਰਿਹਾ, ਡੱਡੂ ਵਿੱਚ ਤਾਂ ਪਹਿਲਾਂ ਬੁੜਕਦਾ ਰਿਹਾ ਹੌਲੀ ਹੌਲੀ, ਪਰ ਉਹ ਪਾਣੀ ਉਬਲਣਾ ਸ਼ੁਰੂ ਹੋ ਗਿਆ ਤਾਂ ਵੀ ਅੰਦਰ ਡੱਡੂ ਬੈਠਾ ਹੋਇਆ ਸੀ, ਕਿਉਂਕਿ ਆਸਤੇ ਆਸਤੇ ਗਰਮ ਹੋਇਆ ਨਾ, ਉਹਨੇ ਅਭਿਆਸ ਕਰ ਲਿਆ 2-3 ਦਿਨਾਂ 'ਚ, ਅਤੇ ਉਬਲਦੇ ਹੋਏ ਪਾਣੀ 'ਚ ਵੀ ਬੈਠ ਗਈ।
ਇੱਦਾਂ ਹੀ ਮਨੁੱਖ ਹੈ, ਸੰਸਾਰ 'ਚ ਰਹਿ ਕੇ ਉਹ ਦੁੱਖਾਂ ਦਾ ਆਦੀ ਹੋ ਜਾਂਦਾ ਹੈ, ਕਸ਼ਟਾਂ ਦਾ, ਤੁਹਾਨੂੰ ਪਤਾ ਨਹੀਂ ਲੱਗਦਾ, ਮੂਰਛਿਤ ਹੋ ਜਾਂਦਾ ਹੈ। ਅਤੇ ਜਿਹੜੇ ਸੁਚੇਤ ਹੁੰਦੇ ਹਨ, ਥੋੜ੍ਹੇ ਜਿਹੇ ਜਾਗਰੂਕ ਹੁੰਦੇ ਹਨ, ਉਹਨਾਂ ਨੂੰ ਜ਼ਿਆਦਾ ਪਤਾ ਲੱਗਦਾ ਹੈ ਸੰਸਾਰਿਕ ਦੁੱਖਾਂ ਦਾ, ਕਲੇਸ਼ਾਂ ਦਾ। ਇਹ ਵੀ ਗੱਲ ਖਿਆਲ ਵਿੱਚ ਰੱਖਣ ਯੋਗ ਹੈ, ਜਿੰਨਾ ਕੋਈ ਅਧਿਆਤਮ ਮਾਰਗ 'ਤੇ ਚੱਲਦਾ ਹੈ ਨਾ, ਧਿਆਨਪੂਰਕ ਹੁੰਦਾ ਹੈ, ਸੁਚੇਤ ਹੁੰਦਾ ਹੈ, ਓਨਾ ਹੀ ਉਹਨੂੰ ਸੰਸਾਰ ਦੇ ਵਿੱਚ ਦੁੱਖ ਜ਼ਿਆਦਾ ਮਹਿਸੂਸ ਹੁੰਦਾ ਹੈ। ਤੋ ਦੂਸਰਿਆਂ ਨੂੰ ਦੇਖ ਕੇ ਖਿਆਲ ਕਰਦਾ ਵੀ ਇਹਨਾਂ ਨੂੰ ਦੁੱਖ ਹੁੰਦਾ ਹੀ ਨਹੀਂ, ਉਹ ਮੂਰਛਿਤ ਹਨ। ਅਤੇ ਜਿੰਨਾ ਸੁਚੇਤ ਹੋਵੇਗਾ ਓਨਾ ਹੀ ਦੁੱਖ ਵੱਧਦਾ ਹੈ। ਸਰੀਰਕ ਦੁੱਖ ਦਾ ਵੀ ਪਤਾ ਲੱਗੇਗਾ ਅਤੇ ਮਾਨਸਿਕ ਦੁੱਖ ਦਾ ਵੀ ਪਤਾ ਲੱਗੇਗਾ। ਜਿਵੇਂ ਜੇ ਕੋਈ ਬਿਲਕੁਲ ਹੀ ਮੂੜ ਆਦਮੀ ਹੈ, ਉਹਨੂੰ ਕੋਈ ਗਾਲਾਂ ਗੂਲਾਂ ਕੱਢ ਕੇ ਚਲੇ ਜਾਵੇ, ਉਹਨੂੰ ਪਤਾ ਹੀ ਨਹੀਂ ਲੱਗਾ। ਪਰ ਜਿਹੜਾ ਥੋੜ੍ਹਾ ਜਿਹਾ ਸੁਚੇਤ ਹੈ ਉਹਨੂੰ ਜ਼ਿਆਦਾ ਪਤਾ ਲੱਗੇਗਾ, ਅਤੇ ਜਿਹੜਾ ਬਹੁਤ ਜ਼ਿਆਦਾ ਸੁਚੇਤ ਹੈ ਉਹਨੂੰ ਤਾਂ ਹੋਰ ਵੀ ਜ਼ਿਆਦਾ ਪਤਾ ਲੱਗੇਗਾ। ਅਤੇ ਜਿੰਨਾ ਕੋਈ ਜ਼ਿਆਦਾ ਸੁਚੇਤ ਹੁੰਦਾ ਹੈ ਓਨਾ ਜ਼ਿਆਦਾ ਦੁੱਖ ਦਾ ਪਤਾ ਲੱਗਦਾ ਹੈ। ਇਸੇ ਕਾਰਨ ਹੀ ਜਿਹੜਾ ਇਹ ਹਉਮੈ ਦਾ ਕੰਡਾ ਹੈ ਨਾ, ਇਹ ਬਹੁਤ ਜਿਹੜੇ ਸੁਚੇਤ ਹਨ ਗੁਰਮੁਖ ਪਿਆਰੇ, ਉਹਨਾਂ ਨੂੰ ਪਤਾ ਲੱਗਦਾ ਹੈ ਵੀ ਇਹ ਚੁੱਭਦਾ ਹੈ, ਦੂਸਰਿਆਂ ਨੂੰ ਥੋੜ੍ਹੀ, ਸਾਖਤ ਨੂੰ ਥੋੜ੍ਹੀ, ਮਨਮੁਖ ਨੂੰ ਥੋੜ੍ਹੀ, ਗੁਰਮੁਖ ਨੂੰ ਪਤਾ ਲੱਗਦਾ। ਫਿਰ ਕਈਆਂ ਨੂੰ ਪਤਾ ਵੀ ਲੱਗਦਾ ਹੈ, ਪਰ ਉਹ ਭੁਲਾਉਣ ਦੀ ਕੋਸ਼ਿਸ਼ ਕਰਦੇ ਹਨ ਵੀ ਇਹ ਦੁੱਖ ਭੁੱਲ ਜਾਵੇ। ਜਿਵੇਂ ਅਕਸਰ ਤੁਸੀਂ ਦੇਖਿਆ ਹੈ ਨਾ, ਆਮ ਸਧਾਰਣਤଃ ਲੋਕ ਦੁੱਖਾਂ ਨੂੰ ਜ਼ਿਆਦਾ ਭੁੱਲਣ ਦੀ ਕੋਸ਼ਿਸ਼ ਕਰਦੇ ਹਨ, ਕਿਉਂਕਿ ਦੁੱਖਾਂ ਨੂੰ ਯਾਦ ਰੱਖਣਾ ਕਠਿਨ ਹੈ। ਦੁੱਖ ਨੂੰ ਯਾਦ ਰੱਖੋਗੇ ਤਾਂ ਆਪਣੀ ਯਾਦ ਆਉਂਦੀ, ਤਾਂ ਆਪਣੇ ਕੋਲੇ ਤਾਂ ਕੋਈ ਵੀ ਨਹੀਂ ਆਉਣਾ ਚਾਹੁੰਦਾ। ਇਸੇ ਕਾਰਨ ਦੁੱਖ ਨੂੰ ਦਾਰੂ ਕਿਹਾ ਹੈ, ਦਵਾ ਹੈ, ਭਾਵ ਕਿ ਦੁੱਖ ਦਾ ਕਾਰਨ ਆਪਣੇ ਕੋਲ ਆਦਮੀ ਆ ਜਾਂਦਾ ਹੈ, ਪਰਮਾਤਮਾ ਨੂੰ ਯਾਦ ਕਰਦਾ ਹੈ। ਦੁੱਖ ਦੇ ਕਾਰਨ ਆਪਣੇ ਕੋਲ ਤਾਂ ਆ ਹੀ ਜਾਂਦਾ ਹੈ। ਜਿਵੇਂ ਤੁਹਾਡੇ ਸਿਰ ਦੇ ਵਿੱਚ ਪੀੜ ਹੋਵੇ ਜਾਂ ਢਿੱਡ ਪੀੜ ਹੋਵੇ, ਤੁਹਾਨੂੰ ਸਿਰ ਦਾ ਪਤਾ ਲੱਗੇਗਾ, ਉਹਦਾ ਤੁਹਾਨੂੰ ਯਾਦ ਹੀ ਨਾ ਆਵੇਗੀ ਸਿਰ ਦੀ, ਉੱਦਾਂ ਥੋੜ੍ਹੀ ਯਾਦ ਆਉਂਦੀ, ਪੀੜ ਹੋਵੇ ਤਾਂ ਪਤਾ ਲੱਗਦਾ। ਅਤੇ ਆਦਮੀ ਭੁਲਾਉਣਾ ਹੀ ਚਾਹੁੰਦਾ ਹੈ ਪੀੜ ਵੀ, ਇਸ ਕਰਕੇ ਕੋਈ ਨਾ ਕੋਈ ਮੈਡੀਸਨ ਖਾ ਲੈਂਦਾ ਹੈ, ਦਵਾਈ ਖਾ ਲੈਂਦਾ ਹੈ। ਦਵਾਈ ਪੀੜ ਨੂੰ ਮਿਟਾਉਂਦੀ ਨਹੀਂ ਹੈ, ਸਿਰਫ ਭੁਲਾ ਦਿੰਦੀ ਹੈ, ਜਿਵੇਂ ਨਸ਼ਾ ਕਰ ਲਵੇ ਕੋਈ। ਅਤੇ ਆਦਮੀ ਦੁੱਖ ਨੂੰ ਭੁਲਾਉਂਦਾ ਹੈ, ਦੁੱਖ ਨੂੰ ਚਾਹੁੰਦਾ ਨਹੀਂ ਨਾ। ਪਰ ਜਿਹੜਾ ਦੁੱਖ ਤੂੰ ਗੁਜ਼ਰਨ ਨੂੰ ਤਿਆਰ ਹੋ ਗਿਆ, ਇਸੇ ਕਾਰਨ ਹੀ ਇਹ ਕਠਿਨ ਹੈ। ਕਹਿੰਦੇ ਹਨ ਨਾ, ਪਰਮਾਰਥ ਦਾ ਮਾਰਗ ਬਹੁਤ ਕਠਿਨ ਹੈ, ਖੰਡੇ ਦੀ ਧਾਰ ਵਰਗ, ਲੂਣੀ ਸਿਲ ਚੱਟਣ ਵਰਗ। ਉਹਦਾ ਭਾਵ ਇਹੋ ਹੀ ਹੈ ਵੀ ਦੁੱਖ ਦੇ ਵਿੱਚ ਦੀ ਗੁਜ਼ਰਨਾ ਪੈਂਦਾ ਹੈ। ਪਹਿਲਾਂ ਦੁੱਖ ਨੂੰ ਸਵੀਕਾਰ ਕਰਨਾ ਪੈਂਦਾ ਹੈ ਵੀ ਹਾਂ ਕੰਡਾ ਹੈ, ਅਤੇ ਜਿਹੜਾ ਕੰਡੇ ਨੂੰ ਛੱਡ ਕੇ ਨੱਠਦਾ ਨਹੀਂ ਹੈ ਬਾਹਰ। ਅਤੇ ਬਹੁਤਿਆਂ ਨੂੰ ਤਾਂ ਪਤਾ ਹੀ ਨਹੀਂ ਹੈ ਵੀ ਸਾਡੇ ਅੰਦਰ ਕੰਡਾ ਚੁੱਭ ਰਿਹਾ ਹੈ। ਜ਼ਿਆਦਿਆਂ ਨੂੰ ਤਾਂ ਇਹੋ ਹੀ ਖਿਆਲ ਹੈ ਵੀ ਸੰਸਾਰ 'ਚ ਦੁੱਖ ਮਿਲਦੇ ਹਨ, ਇਸ ਕਰਕੇ ਲੋਕ ਸੰਸਾਰ 'ਚ ਦੁੱਖ ਜਿਹੜੇ ਮਿਲ ਰਹੇ ਹਨ ਉਹ ਨਾ ਮਿਲਣ, ਇਹੋ ਹੀ ਕੋਸ਼ਿਸ਼ ਕਰਦੇ ਹਨ। ਸਾਰੇ ਲੋਕ ਇਸੇ ਹੀ ਕੋਸ਼ਿਸ਼ 'ਚ ਲੱਗੇ ਹਨ ਕਿ ਸੰਸਾਰ 'ਚ ਕੋਈ ਦੁੱਖ ਨਾ ਮਿਲੇ ਸਾਨੂੰ। ਪਰ ਐਸਾ ਕਦੇ ਵੀ ਨਹੀਂ ਹੁੰਦਾ, ਕੋਈ ਵੀ ਸਫਲ ਨਹੀਂ ਹੋ ਪਾਉਂਦਾ ਕਿ ਸੰਸਾਰ 'ਚ ਦੁੱਖ ਨਾ ਮਿਲੇ, ਦੁੱਖ ਆਉਂਦੇ ਹੀ ਰਹਿੰਦੇ ਹਨ। ਤੋ ਸੰਸਾਰ ਦੇ ਵਿੱਚ ਖਿਆਲ ਕਰਦੇ ਵੀ ਉੱਧਰੋਂ ਦੁੱਖ ਆ ਰਹੇ ਹਨ। ਨਹੀਂ, ਦੁੱਖ ਦਾ ਕਾਰਨ ਤੁਹਾਡੇ ਅੰਦਰ ਹੈ। ਜਿੱਦਾਂ ਕਈ ਗੁਰਮੁਖ ਪਿਆਰੇ ਇੱਥੇ ਆਣ ਕੇ ਮੈਨੂੰ ਕਹਿਣਗੇ ਵੀ ਲੋਕ ਇੱਦਾਂ ਕਹਿੰਦੇ, ਮਾੜਾ ਕਹਿੰਦੇ, ਬੁਰਾ ਕਹਿੰਦੇ, ਭਲਾ ਕਹਿੰਦੇ, ਅਤੇ ਉਹਨਾਂ ਨੂੰ ਸੁਧਾਰਨਾ ਹੈ। ਅਤੇ ਜ਼ਿਆਦਾਤਰ ਲੋਕਾਂ ਨੂੰ ਸੁਧਾਰਦੇ ਹਨ ਵੀ ਕੋਈ ਬੁਰਾ ਨਾ ਕਵੇ। ਮੈਂ ਕਿਹਾ ਤੁਸੀਂ ਆਪਣੇ ਆਪ ਨੂੰ ਸੁਧਾਰ ਲਓ। ਕਿਉਂਕਿ ਤੁਹਾਨੂੰ ਬੁਰਾ ਸੁਣੇ ਹੀ ਨਾ, ਤੁਸੀਂ ਖਿਆਲ ਹੀ ਨਾ ਕਰੋ ਕਿਸੇ ਨੇ ਬੁਰਾ ਕਿਹਾ ਹੈ, ਤੁਹਾਡੇ ਖਿਆਲ 'ਚ ਹੀ ਨਾ ਰਹਿ ਜਾਵੇ ਦੂਸਰਾ, ਅਤੇ ਤੁਹਾਨੂੰ ਪਰੇਸ਼ਾਨੀ ਨਾ ਹੋਵੇਗੀ। ਹੁਣ ਸਾਰਿਆਂ ਦੇ ਮੂੰਹ ਬੰਦ ਕਰਾਉਣ ਨਾਲੋਂ ਤੁਸੀਂ ਆਪਣੇ 'ਤੇ ਕਿਉਂ ਨਹੀਂ ਧਿਆਨ ਦਿੰਦੇ ਹੋ,
ਤੇ ਸਾਰਿਆਂ ਦੇ ਮੂੰਹ ਕੋਈ ਬੰਦ ਕਰਾ ਵੀ ਨਹੀਂ ਸਕਦਾ। ਆਪਣਾ ਹੀ ਕੰਡਾ ਕੱਢ ਲਓ ਤੁਸੀਂ। ਦੂਸਰਿਆਂ ਦਾ ਕੰਡਾ ਕੱਢਣ ਨੂੰ ਤਿਆਰ, ਕਹਿੰਦੇ ਫਲਾਣੇ ਦਾ ਕੰਡਾ ਕੱਢ ਦੇਣਾ। ਦੂਸਰੇ ਦਾ ਕਿਵੇਂ ਕੱਢੋਗੇ? ਤੁਸੀਂ ਆਪਣਾ ਹੀ ਕੱਢ ਲਓ ਕੰਡਾ। ਤੁਹਾਡੇ ਅੰਦਰ ਹੀ ਹੈ ਰੋਗ। ਇਹ ਦੀਰਘ ਰੋਗ ਜਿਹੜਾ ਹੈ ਇਹੋ ਹੀ ਕੰਡਾ ਹੈ। ਅਤੇ ਜਿਵੇਂ ਜਿਵੇਂ ਤੁਸੀਂ ਸੁਚੇਤ ਹੋਵੋਗੇ, ਜਿਹੜਾ ਸੁਚੇਤ ਹੋ ਰਿਹਾ ਉਹਨੂੰ ਖਿਆਲ ਵਿੱਚ ਆ ਰਿਹਾ ਹੈ ਵੀ ਇਹ ਹਉਮੈ ਰੂਪੀ ਕੰਡਾ ਹੀ ਹੈ ਜਿਹੜਾ ਸਾਨੂੰ ਚੁੱਭਦਾ ਹੈ, ਦੁੱਖ ਦਿੰਦਾ ਹੈ। ਅਤੇ ਇੱਥੇ ਦੁੱਖ ਨਹੀਂ ਦਿੰਦਾ, ਇਹ ਜਮਕਾਲ ਸਹਿ ਸਿਰ ਡੰਡਾ ਹੈ। ਬਹੁਤ ਡੰਡੇ ਪੈਂਦੇ ਹਨ, ਕਿੰਨੇ ਕਾਲ ਦੇ ਵਿੱਚ ਆਦਮੀ ਸਹਾਰ ਰਿਹਾ ਹੈ। ਤੁਸੀਂ ਬਹੁਤ ਸਮੇਂ ਤੋਂ ਡੰਡੇ ਖਾ ਰਹੇ ਹੋ, ਦੁੱਖ ਪਾ ਰਹੇ ਹੋ। ਅਤੇ ਦੇਖੋ, ਜਿਹੜਾ ਕੋਈ ਛੋਟੇ ਮੋਟੇ ਦੁੱਖਾਂ ਤੋਂ ਛੁਟਕਾਰਾ ਕਰਦਾ ਹੈ ਸੰਸਾਰ ਵਿੱਚ, ਤਾਂ ਉਹਦਾ ਸ਼ੁਕਰਾਨਾ ਕਰਦੇ ਹਨ ਲੋਕ ਬਹੁਤ। ਕਿਸੇ ਨੇ ਬਿਮਾਰੀ ਤੋਂ ਬਚਾ ਲਿਆ, ਕਿਸੇ ਨੇ ਹੋਰ ਹੈਲਪ ਕਰ ਦਿੱਤੀ, ਕਿਸੇ ਨੇ ਕਿਸੇ ਦੁੱਖ ਤੋਂ ਛੁਡਾ ਲਿਆ, ਕਿਸੇ ਨੇ ਜੇਲ੍ਹ 'ਚੋਂ ਛੁਡਾ ਲਿਆ। ਪਰ ਜਿਹੜੇ ਰੱਬ ਦੇ ਪਿਆਰੇ ਹਨ ਉਹ ਸਾਰੇ ਹੀ ਦੁੱਖਾਂ ਤੋਂ ਮੁਕਤ ਕਰ ਦਿੰਦੇ ਹਨ, ਕਿਉਂਕਿ ਦੁੱਖਾਂ ਦੀ ਜੜ ਹੀ ਜਿਹੜੀ ਹਉਮੈ ਦਾ ਕੰਡਾ ਹੈ ਉਹਨੂੰ ਹੀ ਪੱਟ ਦਿੰਦੇ ਆ। ਫਿਰ ਇਹ ਕੰਡਾ ਆਪਣੇ ਆਪ ਜਿਹੜਾ ਹੈ ਨਾ, ਪੱਟਣਾ ਕਠਿਨ ਹੈ। ਤੁਸੀਂ ਵੀ ਦੇਖਿਆ ਹੋਵੇਗਾ ਵੀ ਆਪਣੇ ਆਪ ਪੱਟਣਾ ਆਦਮੀ ਜਿਗਰਾ ਨਹੀਂ ਪੈਂਦਾ, ਹੌਸਲਾ ਨਹੀਂ ਪੈਂਦਾ। ਪਰ ਦੂਸਰੇ ਕੋ ਪਟਾਉਣਾ ਹੋਵੇ ਤਾਂ ਵੀ ਸ਼ਰਧਾ ਚਾਹੀਦੀ ਹੈ। ਪੀੜਾ ਤਾਂ ਤਾਂ ਵੀ ਹੋਵੇਗੀ ਨਾ ਜਦੋਂ ਪੱਟਿਆ ਜਾਵੇਗਾ, ਅਤੇ ਪੱਟਣ ਵਾਲੇ 'ਤੇ ਵੀ ਸ਼ਰਧਾ ਚਾਹੀਦੀ ਹੈ। ਇਹ ਪੱਟ ਦੇਵੇਗਾ, ਹੌਸਲਾ ਚਾਹੀਦਾ, ਅਤੇ ਪੀੜਾ ਤਾਂ ਹੋਵੇਗੀ, ਕਸ਼ਟ ਹੋਵੇਗਾ। ਮੈਂ ਅਕਸਰ ਕਹਿੰਦਾ, ਜਿਵੇਂ ਮੂਰਤੀ ਘੜਦੀ ਜਾਂਦੀ ਹੈ ਅਤੇ ਮੂਰਤੀ ਨੂੰ ਕਸ਼ਟ ਹੁੰਦਾ ਹੀ ਹੈ। ਘੜੀਏ ਸੱਚੀ ਸ਼ਬਦ ਸੱਚੀ ਟਕਸਾਲ। ਇਹ ਫਿਰ ਬਹੁਤ ਗਹਿਰਾ ਕੰਡਾ ਹੈ, ਬਹੁਤ ਕਸ਼ਟ ਹੁੰਦਾ ਹੈ, ਮਰਨ ਵਰਗਾ ਕਸ਼ਟ ਹੁੰਦਾ ਹੈ। ਇਸ ਕਰਕੇ ਮੌਤ ਕਿਹਾ ਹੈ, ਮਰਨਾ ਕਬੂਲ ਕਰ ਲੈਣਾ। ਤਾਂ ਆਓ ਹਮਾਰੇ ਪਾਸ